ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਪੁਲਿਸ ਜਿਹੜਾ ਹੈੱਡ ਕਾਂਸਟੇਬਲ ਦਾ ਭਾਈ ਪੇਪਰ ਹੋਇਆਗਾ ਉਹਦਾ ਐਨਾਲਾਈਸਿਸ। ਠੀਕ ਹੈ, ਐਨਾਲਾਈਸਿਸ ਕਰਾਂਗੇ ਆਪਾਂ ਅੱਜ। ਤੇ ਸਾਰੇ ਬੱਚਿਆਂ ਨੇ ਧਿਆਨ ਨਾਲ ਦੇਖਣਾ ਕਿ ਕਿਹੜੇ ਪ੍ਰਸ਼ਨ ਆਏ ਰਹੇ ਆ, ਕਿੱਥੋਂ ਕਿੱਥੋਂ ਆ ਰਹੇ, ਕੀ ਮਤਲਬ ਲਿੰਕ ਜੁੜ ਰਹੇ ਨੇ ਇੱਕ ਦੂਜੇ ਦੇ ਪ੍ਰਸ਼ਨਾਂ ਦੇ ਬਾਰੇ। ਠੀਕ ਹੈ, ਕਿੱਥੋਂ ਕਿੱਥੋਂ ਪੁੱਛੇ ਗਏ ਨੇ ਪ੍ਰਸ਼ਨ, 14 ਸਤੰਬਰ ਦੇ ਪੇਪਰ ਦਾ ਲੇਵਲ ਕੀ ਸੀ। ਠੀਕ ਹੈ, ਸਾਰੀਆਂ ਗੱਲਾਂ ਆਪਾਂ ਧਿਆਨ ਨਾਲ ਦੇਖਾਂਗੇ ਪੁੱਤਰੋ, ਤੇ ਸਾਰਿਆਂ ਨੇ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ। ਦੂਸਰੀ ਗੱਲ ਪੁੱਤਰੋ, ਅੱਜ ਮੈਂ ਮਾਫੀ ਚਾਹੁੰਦਾ ਭਾਈ ਇੱਕ ਗੱਲ ਦੀ, ਕਿ ਤੁਹਾਨੂੰ ਜਿਹੜਾ ਮੌਕ ਟੈਸਟ ਜੋ ਮੈਂ ਪ੍ਰੋਵਾਈਡ ਨਹੀਂ ਕਰਵਾ ਸਕਿਆ, ਪਰ ਕੱਲ੍ਹ ਨੂੰ ਮੈਂ 101% ਤੁਹਾਨੂੰ ਪ੍ਰੋਵਾਈਡ ਕਰਵਾਊਂਗਾ। ਠੀਕ ਹੈ, ਇਹ ਮੇਰੀ ਕੋਸ਼ਿਸ਼ ਹੈ ਵੱਧ ਤੋਂ ਵੱਧ ਕਿ ਕਰਵਾਊਂਗਾ, ਕਿਉਂਕਿ ਪੇਪਰ ਤੁਹਾਡਾ ਵੀ ਨਜ਼ਦੀਕ ਹੈਗਾ। ਠੀਕ ਹੈ, ਇੱਕ ਵਾਰੀ ਤੁਸੀਂ ਮੌਕ ਪੇਪਰ ਦਾ ਰਿਜ਼ਲਟ ਪੇਪਰ ਦਿਓ, ਇਸ ਤੋਂ ਬਾਅਦ ਤੁਹਾਨੂੰ ਮੈਂ ਫਿਜ਼ੀਕਲ ਦੀਆਂ ਇਹ ਟ੍ਰਿਕਾਂ ਦੱਸੂਗਾ। ਫਿਜ਼ੀਕਲ ਕਲੀਅਰ ਕਰਨ ਲਈ ਤੁਹਾਨੂੰ ਕੋਈ ਬੱਚਾ ਨਹੀਂ ਇਹੋ ਜਿਹਾ ਹੋਣਾ ਜਿਹੜਾ ਫਿਜ਼ੀਕਲ ਨਾ ਕੱਢੇ। ਠੀਕ ਹੈ, ਅਤੇ ਇਹ ਗੱਲ ਵੀ ਯਾਦ ਰੱਖਣੀ ਹੈ। ਚਲੋ ਆਪਾਂ ਸ਼ੁਰੂ ਕਰਦੇ ਭਾਈ ਅੱਜ ਦਾ ਲੈਕਚਰ। ਸਭ ਤੋਂ ਪਹਿਲਾਂ ਪ੍ਰਸ਼ਨ ਕਿਹੜਾ ਪੁੱਛਿਆ ਗਿਆ, ਚੱਲਦੇ ਆਪਾਂ ਉੱਥੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਮੇਰੀ ਬੇਨਤੀ ਹੈ ਭਾਈ, ਹਰ ਵਾਰ ਵਾਂਗੂ ਵੀਡੀਓ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਠੀਕ ਹੈ, ਇਹ ਤੁਹਾਡਾ ਕੰਮ ਹੈ, ਬਾਕੀ ਸਾਰਾ ਕੰਮ ਮੇਰੇ 'ਤੇ ਛੱਡ ਦਿਓ। ਚਲੋ ਜੀ, ਦੇਖਦੇ ਹਾਂ ਪਹਿਲਾ ਪ੍ਰਸ਼ਨ ਕਿਹੜਾ ਆਇਆ। ਦੇਖੋ ਬੱਚੋ, ਇੱਕ ਪ੍ਰਸ਼ਨ ਪੇਪਰ ਦੇ ਵਿੱਚ ਅੱਜ ਦੇ ਵਿੱਚ ਇਹ ਪਾਇਆ ਗਿਆ, ਕਹਿੰਦੇ ਬਜਰੰਗ ਪੁਨੀਆ ਦਾ ਸੰਬੰਧ ਕਿਹੜੀ ਖੇਡ ਦੇ ਨਾਲ ਹੈ। ਜ਼ਿਆਦਾ ਪ੍ਰਸ਼ਨ ਇਹ ਪੁੱਛ ਸਕਦੇ ਕਿ ਬਜਰੰਗ ਪੁਨੀਆ ਨੇ ਮੈਡਲ ਕਿਹੜੀ ਗੇਮ ਦੇ ਹਿਸਾਬ 'ਤੇ ਕਿਹੜੀ ਗੇਮ ਦੇ ਵਿੱਚੋਂ ਮੈਡਲ ਜਿੱਤਿਆ। ਜੇ ਇਹ ਪੁੱਛ ਸਕਦੇ ਕਿ ਬਜਰੰਗ ਪੁਨੀਆ ਦਾ ਸੰਬੰਧ ਕਿਹੜੀ ਖੇਡ ਨਾਲ ਹੈ, ਤਾਂ ਆਪਾਂ ਬਜਰੰਗ ਪੁਨੀਆ ਬਾਰੇ ਥੋੜ੍ਹੇ ਜਿਹੇ ਪ੍ਰਸ਼ਨ ਕਰਦੇ, ਕਿਉਂਕਿ ਜਿਹੜੇ ਵੀ ਕੋਈ ਇੱਕ ਚੀਜ਼ ਚੱਕਦੇ ਹੁੰਦੇ ਨੇ, ਕਈ ਵਾਰੀ ਉਹਦੇ ਨਾਲ ਰਿਲੇਟਡ ਚੀਜ਼ਾਂ ਪਾ ਦਿੰਦੇ ਹੁੰਦੇ ਪੇਪਰ ਦੇ ਵਿੱਚ ਇਹ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇਹ ਕਰਦੇ ਕਿ ਬਜਰੰਗ ਪੁਨੀਆ ਖੇਡਦਾ ਕੀ ਹੈ। ਇਹ ਹੈਗਾ ਵੀ ਰੈਸਲਰ, ਇਹ ਰੈਸਲਰ ਹੈਗਾ ਬਜਰੰਗ ਪੁਨੀਆ। ਕਿਹੜੀ ਰੈਸਲਿੰਗ ਖੇਡਦਾ ਇਹ? ਫਰੀ ਸਟਾਈਲ ਜਿਹੜੀ ਰੈਸਲਿੰਗ ਹੈ ਉਹ ਖੇਡਦਾ ਕੌਣ? ਬਜਰੰਗ ਪੁਨੀਆ। ਇੱਕ ਗੱਲ ਤਾਂ ਇੱਥੇ ਆ ਗਈ। ਦੂਸਰੀ ਗੱਲ ਕਰਦੇ ਨੇ ਕਿਹੜਾ ਮੈਡਲ ਜਿੱਤਿਆ ਐਤਕੀ। ਇਹਨੇ ਜਿੱਤਿਆ ਭਾਈ ਬ੍ਰੌਂਜ, ਕਾਂਸੇ ਦੇ ਤਬਕ, ਕਾਂਸੇ ਵਾਲਾ ਜਿਹੜਾ ਮੈਡਲ ਆ ਉਹ ਜਿੱਤਿਆ ਇਹਨੇ। ਠੀਕ ਹੈ, ਤੀਸਰੀ ਗੱਲ, ਇਹਨੇ ਹਰਾਇਆ ਕਿਹਨੂੰ ਹੈਗਾ, ਬਜਰੰਗ ਪੁਨੀਆ ਨੇ ਕਿਹਨੂੰ ਹਰਾ ਕੇ ਇਹ ਕਾਂਸਾ ਪਦਕ ਇਹਨੇ ਜਿੱਤਿਆ ਹੈਗਾ। ਇਹਨੇ ਕਜ਼ਾਕਿਸਤਾਨ ਦਾ ਪਲੇਅਰ ਸੀ ਇੱਕ ਰੈਸਲਰ, ਜਿਹਦਾ ਨਾਂ ਹੈਗਾ ਸੀ ਡੌਲਟ। ਕਜ਼ਾਕਿਸਤਾਨ ਦਾ ਪਲੇਅਰ ਸੀ ਡੌਲਟ, ਉਹਨੂੰ ਹਰਾਇਆ ਇਹਨੇ 8-0 ਨਾਲ। ਇਹ ਗੱਲ ਵੀ ਯਾਦ ਰੱਖਣੀ ਹੈ। ਫਰੀ ਸਟਾਈਲ ਖੇਡਦਾ, ਬ੍ਰੌਂਜ ਮਿਲਿਆ ਕਿਹਨੂੰ ਹਰਾਇਆ? ਡੌਲਟ ਨੂੰ ਹਰਾਇਆ 8-0 ਦੇ ਨਾਲ। ਠੀਕ ਹੈ, ਦੂਸਰੀ ਗੱਲ, ਇਹ ਪਹਿਲਾ ਰੈਸਲਰ ਆ ਭਾਈ, ਠੀਕ ਹੈ, ਜਿਹਨੇ 3 ਮੈਡਲ ਜਿੱਤੇ ਹੋਏ ਆ ਰੈਸਲਿੰਗ ਦੇ ਵਿੱਚ। ਰੈਸਲਿੰਗ ਦੇ ਵਿੱਚ ਇਹਨੇ 3 ਮੈਡਲ ਜਿੱਤੇ ਹੋਏ ਆ। 3 ਮੈਡਲ ਜਿੱਤਣ ਵਾਲਾ ਇਹ ਆਪਣਾ ਭਾਰਤ ਦਾ ਪਹਿਲਾ ਕੀ ਹੈਗਾ, ਪਹਿਲਾ ਰੈਸਲਰ ਹੈ। ਦੂਸਰੀ ਗੱਲ, ਇਹਨੂੰ ਹੋਰ ਵੀ ਕਈ ਅਵਾਰਡ ਮਿਲ ਚੁੱਕੇ ਨੇ। ਕਿਹੜੇ? ਪਦਮ ਸ਼੍ਰੀ, ਅਰਜੁਨ ਅਵਾਰਡ, ਐਂਡ ਲਾਸਟ ਰਾਜੀਵ ਗਾਂਧੀ ਖੇਲ ਰਤਨ। ਠੀਕ ਹੈ, ਇਹਨੂੰ ਅਵਾਰਡ ਮਿਲੇ ਹੋਏ। ਜਿੰਨੀਆਂ ਵੀ ਗੱਲਾਂ ਤੁਹਾਨੂੰ ਦੱਸੀਆਂ ਹੋਣਗੀਆਂ ਇਹਦੇ ਬਾਰੇ, ਇਹ ਚੰਗੀ ਤਰ੍ਹਾਂ ਫੇਰ ਲਓ, ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕੱਲ੍ਹ ਵਾਲੇ ਪੇਪਰ 'ਚ ਇਹਦੇ ਨਾਲ ਰਿਲੇਟਡ ਚੀਜ਼ਾਂ ਪੁੱਛ ਲੈਣ। ਹੁਣ ਆਪਾਂ ਚੱਲਦੇ ਹਾਂ ਦੂਸਰੇ ਪ੍ਰਸ਼ਨ 'ਤੇ ਪੁੱਤਰੋ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬੱਚਿਓ ਆਪਣੇ ਕੋਲ ਆ ਗਿਆ। ਕਹਿੰਦੇ ਪੰਜਾਬ ਦੇ ਵਿੱਚ ਲੈਜਿਸਲੇਟਿਵ ਕੌਂਸਲ ਹੁੰਦੀ ਹੈ ਜਿਹੜੀ ਵਿਧਾਨ ਪਰਿਸ਼ਦ, ਇਹਨੂੰ ਆਪਾਂ ਕਹਿੰਦੇ ਨੇ ਵਿਧਾਨ ਪਰਿਸ਼ਦ ਨੂੰ ਕਦੋਂ ਭੰਗ ਕੀਤਾ ਗਿਆ। ਦੇਖੋ ਜੀ, ਉਹ ਸਭ ਤੋਂ ਪਹਿਲਾਂ ਕੀ ਹੋਇਆ ਸੀ, ਜਦੋਂ ਆਪਣੇ ਪੰਜਾਬ ਬਣਿਆ ਸੀ 1952 ਦੇ ਵਿੱਚ, ਬਣਿਆ ਤਾਂ 1966 ਦੇ ਵਿੱਚ ਸੀ, ਜਦੋਂ 48 ਤੋਂ ਬਾਅਦ ਪੰਜਾਬ ਬਣ ਗਿਆ ਸੀ। ਠੀਕ ਹੈ, ਇਹਨੂੰ ਆਪਾਂ ਕਹਿੰਦੇ ਈਸਟ ਪੰਜਾਬ ਸੀ। ਜਦੋਂ ਪਹਿਲਾਂ ਤਾਂ ਈਸਟ ਪੰਜਾਬ ਕਹਿੰਦੇ ਹੁੰਦੇ ਸੀ ਆਪਣੇ ਪੰਜਾਬ ਨੂੰ, ਪਰ 1950 ਦੇ ਵਿੱਚ ਇੱਕ ਬਿੱਲ ਪਾਸ ਕਰਤਾ ਜਿਹਦੇ ਕਰਕੇ ਪੰਜਾਬ ਦੇ ਮੂਹਰੋਂ ਈਸਟ ਪੰਜਾਬ ਕੱਟਿਆ ਗਿਆ, ਇਕੱਲਾ ਪੰਜਾਬ ਰਹਿ ਗਿਆ ਸੀ। ਇਹ ਗੱਲ ਤੁਹਾਨੂੰ ਕਰਵਾਈਆਂ ਹੋਈਆਂ। ਠੀਕ ਹੈ, ਇਹ ਗੱਲਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਤਾਂ ਕਰਵਾ ਰਿਹਾ ਕਿ ਭਾਈ ਪੇਪਰ ਦੇ ਵਿੱਚ ਕੋਈ ਨਾ ਜੋ ਰਿਲੇਟਡ ਚੀਜ਼ ਨਾ ਆ ਜੇ। ਵੈਸੇ ਉਹਨੂੰ ਕਰਵਾਇਆ ਹੋਇਆ ਕੋਈ ਰਿਵੀਜ਼ਨ ਹੋ ਜੂਗੀ। ਠੀਕ ਹੈ, ਲੈਜਿਸਲੇਟਿਵ ਕੌਂਸਲ ਦਾ ਮਤਲਬ ਉਹ ਹੁੰਦਾ ਕਿ ਜਿੱਥੇ ਵਿਧਾਨ ਪਰਿਸ਼ਦ ਵੀ ਹੋਵੇ ਪਲੱਸ ਵਿਧਾਨ ਸਭਾ ਵੀ ਹੋਵੇ। ਉਹ ਸਟੇਟ ਨੂੰ ਕਿਹੜੀ ਸਟੇਟ ਕਹਿੰਦੇ ਨੇ ਆਪਾਂ? ਉਹ ਸਟੇਟ ਨੂੰ ਆਪਾਂ ਕਹਿੰਦੇ ਹੁੰਦੇ ਬਾਈਕੈਮਰੀਅਲ ਸਟੇਟ ਕਹਿ ਦਿੰਦੇ ਨੇ ਆਪਾਂ। ਬਾਈਕੈਮਰੀਅਲ ਦਾ ਮਤਲਬ ਹੁੰਦਾ ਜਿੱਥੇ ਦੋ ਚੀਜ਼ਾਂ ਹੋਣ, ਵਿਧਾਨ ਪਰਿਸ਼ਦ ਵੀ ਹੋਵੇ ਅਤੇ ਵਿਧਾਨ ਸਭਾ ਵੀ ਹੋਵੇ। ਕਹਿੰਦੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਵਿਧਾਨ ਪਰਿਸ਼ਦ ਵੀ ਹੁੰਦੀ ਸੀ। ਠੀਕ ਹੈ, ਅਤੇ ਇਹ ਵਿਧਾਨ ਪਰਿਸ਼ਦ ਸੀ ਜਿਹੜੀ ਪੰਜਾਬ ਦੀ, ਇਹਨੂੰ ਕੀ ਕਰਤਾ ਬਾਅਦ ਵਿੱਚ, ਇਹਨੂੰ ਐਬੋਲਿਸ਼ ਕਰਤਾ। ਕਹਿਣ ਦਾ ਮਤਲਬ ਕਿ ਇਹਨੂੰ ਹਟਾਤਾ। ਕਿਹਦੋਂ ਹਟਾਇਆ ਉਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਡਿਟੇਲ ਦੇ ਵਿੱਚ। ਦੇਖੋ, ਜਿਹੜੀ ਇਹ ਆਪਣੀ ਵਿਧਾਨ ਪਰਿਸ਼ਦ ਸੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਲੈਜਿਸਲੇਟਿਵ ਕੌਂਸਲ, ਇਹ ਕਹਿ ਦਿੰਦੇ ਆਪਾਂ। ਠੀਕ ਹੈ, ਇਹ ਕਦੋਂ ਬਣੀ ਸੀ? ਇਹ ਭਾਈ ਆਪਣੀ ਬਣੀ ਸੀ ਆਪਣੀ ਇੱਕ ਜੈਨ ਨੂੰ ਤੈਨੂੰ ਭੰਗ ਕਰਤਾ ਸੀ 1952 ਦੇ ਵਿੱਚ। 1952 ਦੇ ਵਿੱਚ ਇਹ ਬਣਾਤੀ ਸੀ। ਠੀਕ ਹੈ, ਵਿਧਾਨ ਪਰਿਸ਼ਦ।
ਇਸ ਤੋਂ ਬਾਅਦ 1 ਜਨਵਰੀ 1970 1 ਜਨਵਰੀ 1970 ਨੂੰ ਕੀ ਹੋਇਆ ਸੀ, ਇਹਨੂੰ ਭੰਗ ਕਰਤਾ। ਮਤਲਬ ਵਿਧਾਨ ਪ੍ਰਤੀਸ਼ਤ ਜਿਹੜੀ ਲੈਜਿਸਲੇਟਿਵ ਕੌਂਸਲ ਇਹਨੂੰ ਭੰਗ ਕਰਤਾ ਕਿ ਪੰਜਾਬ ਦੇ ਵਿੱਚ ਭਾਈ ਲੈਜਿਸਲੇਟਿਵ ਕੌਂਸਲ ਨਹੀਂ ਹੋਊਗੀ। ਪਹਿਲਾਂ ਆਪਣੀ ਕਿਹੜੀ ਸਟੇਟ ਸੀ, ਬਾਈ ਕੈਮਰੀਅਲ ਸੀ। ਹੁਣ ਆਪਣੀ ਕਿਹੜੀ ਬਣ ਗਈ, ਯੂਨੀ ਕੈਮਰੀਅਲ। ਠੀਕ ਹੈ, ਯੂਨੀ ਕੈਮਰੀਅਲ ਮਤਲਬ ਇੱਕ ਹੀ ਰਹਿ ਗਈ ਹੁਣ ਇੱਥੇ। ਪਹਿਲਾਂ ਬਾਈ ਕੈਮਰੀਅਲ ਸੀ, 2 ਸੀ। ਲੈਜਿਸਲੇਟਿਵ ਕੌਂਸਲ ਸੀ, ਇੱਕ ਲੈਜਿਸਲੇਟਿਵ ਸਭਾ ਸੀ, ਵਿਧਾਨ ਸਭਾ ਸੀ, ਇੱਕ ਵਿਧਾਨ ਪਰਿਸ਼ਦ ਸੀ। ਵਿਧਾਨ ਸਭਾ ਹੁਣ ਆਪਣੇ ਕੱਟਤੀ। ਇਹ ਗੱਲ ਤਾਂ ਇਹ ਹੈ। ਦੂਸਰੀ ਗੱਲ, ਆਪਣੀਆਂ ਜਿੰਨੀਆਂ ਸਟੇਟਾਂ ਹੈਗੀਆਂ 28 ਸਟੇਟਾਂ ਦੇ ਵਿੱਚੋਂ ਸਿਰਫ 6 ਸਟੇਟਾਂ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਬਾਈ ਕੈਮਰੀਅਲ, ਜਿਹੜੀਆਂ ਸਟੇਟਾਂ ਬਾਈ ਕੈਮਰੀਅਲ ਨੇ। ਠੀਕ ਹੈ, ਕਿਹੜੀਆਂ ਕਿਹੜੀਆਂ ਸਟੇਟਾਂ ਉਹ ਬਾਈ ਕੈਮਰੀਅਲ, ਪਹਿਲਾਂ ਪ੍ਰਸ਼ਨ ਇਹ ਬਣ ਸਕਦਾ ਕਿੰਨੀਆਂ ਸਟੇਟਾਂ ਜਿਹੜੀਆਂ ਬਾਈ ਕੈਮਰੀਅਲ ਹੈ। ਕਹਿੰਦਾ ਮਤਲਬ ਉੱਥੇ ਵਿਧਾਨ ਪ੍ਰਤੀਸ਼ਤ ਵੀ ਹੈਗੀ ਹੈ ਅਤੇ ਉੱਥੇ ਵਿਧਾਨ ਸਭਾ ਵੀ ਹੈਗੀ ਹੈ। ਤਾਂ ਇਹ 6 ਸਟੇਟਾਂ ਹੈਗੀਆਂ। ਇਹ 6 ਸਟੇਟਾਂ ਕਿਹੜੀਆਂ ਕਿਹੜੀਆਂ ਹੈਗੀਆਂ? ਨੰਬਰ 1 ਆਂਧਰਾ ਪ੍ਰਦੇਸ਼, ਨੰਬਰ 2 ਤੇਲੰਗਾਨਾ, ਨੰਬਰ 3 ਬਿਹਾਰ, ਨੰਬਰ 4 ਯੂਪੀ, ਨੰਬਰ 5 ਮਹਾਰਾਸ਼ਟਰ। ਨੰਬਰ 4 ਮਹਾਰਾਸ਼ਟਰ। ਕਿਹੜੀ ਰਹੇਗੀ? ਆਂਧਰਾ ਪ੍ਰਦੇਸ਼ ਵੀ ਹੋ ਗਿਆ, ਤੇਲੰਗਾਨਾ ਵੀ ਹੋ ਗਿਆ, ਬਿਹਾਰ ਵੀ ਹੋ ਗਿਆ, ਯੂਪੀ, ਮਹਾਰਾਸ਼ਟਰ। ਇੱਕ ਕਿਹੜੀ ਰਹੇਗੀ? 1 2 3 4 5, ਇੱਕ ਰਹੇਗੀ, ਹਾਂ ਇੱਕ ਕਰਨਾਟਕਾ, ਇੱਕ ਕਰਨਾਟਕਾ। ਤਾਂ ਇਹ 6 ਸਟੇਟਾਂ ਭਾਈ ਜਿਹੜੀਆਂ ਕਿ ਬਾਈ ਕੈਮਰੇ ਵਾਲਾ ਕਹਿੰਦਾ ਮਤਲਬ ਵਿਧਾਨ ਪ੍ਰਤੀਸ਼ਤ ਵੀ ਹੈਗੀ ਹੈ ਅਤੇ ਵਿਧਾਨ ਸਭਾ ਵੀ ਹੈਗੀ ਹੈ। ਠੀਕ ਹੈ, ਬਾਕੀ ਕਿਸੇ 'ਚ ਨਹੀਂ ਹੈਗੀ। ਪੰਜਾਬ ਦੇ ਵਿੱਚ 1 ਜਨਵਰੀ 1970 ਦੇ ਵਿੱਚ ਖਤਮ ਕਰਤੀ ਸੀ ਅਤੇ ਵਿਧਾਨ ਪ੍ਰਤੀਸ਼ਤ ਬਣੀ ਕਿਤੋਂ ਸੀ ਪੰਜਾਬ ਦੇ ਵਿੱਚ? 1952 ਦੇ ਵਿੱਚ। ਇਹ ਸਾਰੇ ਅੰਕੜੇ ਯਾਦ ਕਰਕੇ ਲੈ ਕੇ ਜਾਓ, ਪੇਪਰ ਹੀ ਨਹੀਂ ਪਤਾ ਉਹਨੇ ਕਿੱਥੋਂ ਪੁੱਛ ਲੈਣਾ ਗਾ। ਠੀਕ ਹੈ ਜੀ, ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲੇ ਭਾਈ। ਇਹਦੇ ਵਿੱਚ ਪੁੱਛਿਆ ਉਹਨਾਂ ਨੇ, ਕਹਿੰਦੇ ਦੇਵੀ ਸੇਠੀ ਡਾਕਟਰ ਹੈ ਇਹ ਕਿਸ ਦੇਸ਼ ਦੇ ਡਾਕਟਰ ਹੈ? ਇਹ ਦੇਵੀ ਸੇਠੀ ਦੀ ਗੱਲ ਕਰ ਰਹੇ ਹੈ। ਠੀਕ ਹੈ, ਸੁਨੀਲ ਸ਼ੈਟੀ ਨਹੀਂ ਹੈਗਾ, ਕਿਤੇ ਸੁਨੀਲ ਸ਼ੈਟੀ ਸਮਝ ਲਓ। ਸੁਨੀਲ ਸ਼ੈਟੀ ਡਾਕਟਰ ਸੀ, ਇਹ ਦੇਵੀ ਸ਼ੈਟੀ ਦੀ ਗੱਲ ਕਰ ਰਹੇ ਹੈ। ਠੀਕ ਹੈ, ਇਹ ਕਾਹਦੇ ਮਤਲਬ ਕਿਹੜੇ ਅੰਗ ਦਾ ਇਹ ਡਾਕਟਰ ਹੈਗਾ? ਕਹਿੰਦਾ ਮਤਲਬ ਕੋਈ ਦਿਲ ਦਾ ਡਾਕਟਰ ਹੁੰਦਾ, ਕੋਈ ਦਿਮਾਗ ਦਾ ਡਾਕਟਰ ਹੁੰਦਾ ਹੈਗਾ। ਠੀਕ ਹੈ, ਨਿਊਰੋਲੋਜੀ, ਕੋਈ ਫੇਫੜਿਆਂ ਦਾ ਹੁੰਦਾ, ਕੋਈ ਅੱਖ ਦਾ ਹੁੰਦਾ, ਕੋਈ ਕੰਨ ਦਾ ਹੁੰਦਾ, ਅਲੱਗ-ਅਲੱਗ ਡਾਕਟਰ ਹੁੰਦੇ। ਕਹਿੰਦੇ ਇਹ ਡਾਕਟਰ ਕੀ ਕੀਤਾ ਗਾ ਦੇਵੀ ਸੇਠੀ ਦਾ? ਤਾਂ ਭਾਈ ਇਹਦਾ ਸੰਬੰਧ ਹੈਗਾ ਆਪਣਾ, ਇਹ ਕੀ ਹੈਗਾ? ਇੰਡੀਅਨ ਕਾਰਡਿਕ ਸਰਜਨ। ਕਹਿੰਦਾ ਵੀ ਜਿੱਥੇ ਵੀ ਕਿਤੇ ਕਾਰਡਿਕ ਆ ਜੇ ਤਾਂ ਸਮਝ ਲਓ ਕਿ ਉਹ ਚੀਜ਼ ਕਹਿੰਦੇ ਸੰਬੰਧਿਤ ਹੈਗੀ ਦਿਲ ਨਾਲ ਸੰਬੰਧਿਤ ਆ ਗਈ। ਮੈਨੇ ਦਿਲ ਤੋਂ ਚੁੱਕਦੀ ਆ ਗੀਤ ਨਹੀਂ ਸੁਣਦੇ ਹੁੰਦੇ? ਗੀਤਾਂ ਜਿਹੜਾ ਬੜਾ ਦਿਲ ਕਰਦੇ, ਮੈਂ ਦਿਲ ਟੁੱਟ ਗਿਆ ਜੀ, ਮੇਰਾ ਦਿਲ ਐਂ ਹੋ ਗਿਆ, ਮੇਰਾ ਦਿਲ ਨੂੰ ਉਹ ਪਤਾ ਨਹੀਂ ਕੀ ਕਹਿੰਦੇ ਹੁੰਦੇ, ਗੀਤ ਹੀ ਵਾਲੇ ਹੁੰਦੇ ਆ। ਮੇਰਾ ਦਿਲ ਤੋੜ ਕੇ ਤੂੰ ਚਲੀ ਗਈ, ਕਿੰਨੇ ਗੀਤ ਹੁੰਦੇ ਆ ਜਾਂ ਸਾਰੇ ਦਿਲ 'ਤੇ ਹੀ ਲਾਏ ਵੇ ਹੁੰਦੇ ਆ। ਠੀਕ ਹੈ, ਤਾਂ ਦਿਲ ਨੂੰ ਕਾਰਡੀਓ ਕਹਿੰਦੇ ਨੇ, ਇੰਨੀ ਗੱਲ ਤਾਂ ਯਾਦ ਰੱਖ ਲਿਓ। ਠੀਕ ਹੈ, ਅਤੇ ਜਦੋਂ ਕੋਈ ਮਾੜਾ ਜਿਹਾ ਤੁਹਾਡੇ ਕੋਈ ਰੁੱਸ ਜਾਂਦਾ ਹੈ ਨਾ, ਤੁਸੀਂ ਕਹਿੰਦੇ ਮੇਰਾ ਦਿਲ ਟੁੱਟ ਗਿਆ, ਮੇਰਾ ਦਿਲ 'ਤੇ ਕਿਸੇ 'ਤੇ ਵਿਸ਼ਵਾਸ ਨਹੀਂ ਕਰ ਰਿਹਾ, 100 ਗੱਲਾਂ ਕਹਿੰਦੇ ਹੁੰਦੇ ਆਪਾਂ। ਤਾਂ ਜਿੱਥੇ ਵੀ ਦਿਲ ਦੀ ਗੱਲ ਆ ਕਿ ਦਿਮਾਗ ਬਿਠਾ ਲਓ, ਉੱਥੇ ਕਾਰਡੀਓ ਦਾ ਨਾਮ ਆਊਗਾ। ਠੀਕ ਹੈ, ਬਹੁਤ ਤਗੜੇ ਡਾਕਟਰ ਆ ਭਾਈ ਇਹ। ਠੀਕ ਹੈ, ਬਹੁਤ ਤਗੜਾ ਪ੍ਰੋਫੈਸ਼ਨਲ ਵਾਲਾ ਡਾਕਟਰ ਆ। ਸਾਡੇ ਪਿੰਡ ਵਾਲੇ ਡਾਕਟਰ ਵਾਲੀ ਗੱਲ ਨਹੀਂ ਕਰ ਰਿਹਾ ਮੈਂ। ਠੀਕ ਹੈ, ਜਿਹੜਾ ਤੁਹਾਨੂੰ ਦੱਸਿਆ ਸੀ ਉੱਦੇ ਮੈਂ ਗੱਲ ਦੱਸੀ ਸੀ ਇੱਕ ਦੀ। ਅਤੇ ਕਹਿੰਦਾ ਗੱਲ ਯਾਦ ਆ ਗਈ, ਤੁਹਾਨੂੰ ਗੱਲ ਦੱਸਦਾ। ਕਹਿੰਦਾ ਵੀ ਸਾਡੇ ਪਿੰਡ ਦਾ ਡਾਕਟਰ ਹੈ ਇੱਕ, ਅਤੇ ਮੈਂ ਨਾਂ ਤਾਂ ਲੈਂਦਾ ਨਹੀਂ। ਅਤੇ ਭਾਈ ਉਹ ਆ ਗਿਆ ਮੇਰੇ ਕੋਲ, ਅਤੇ ਸਾਡਾ ਕੱਟਾ ਬਿਮਾਰ ਸੀ। ਕੱਟਾ ਸੀ, ਸਾਡੇ ਪਸ਼ੂ ਰੱਖਿਆ ਵਾ ਸੀ, ਕੱਟਾ ਸੀ ਭਾਈ ਸਾਡਾ। ਕੱਟਾ ਨਾ ਬਿਮਾਰ ਹੋ ਗਿਆ, ਉਹਦੇ ਨਾ ਮੜੱਪ ਵਾਲੇ ਬਣ ਗਏ ਕੱਟੇ ਦੇ। ਅਤੇ ਕੱਟਾ ਭਾਈ ਜਦੋਂ ਬਿਮਾਰ ਹੋ ਗਿਆ, ਅਤੇ ਕੱਟਾ ਤਾਂ ਭਾਈ ਲੱਤਾਂ ਹੀ ਮਾਰੇ, ਜਿਵੇਂ ਸਾਈਕਲ ਨਹੀਂ ਚਲਾਉਂਦੇ ਹੁੰਦੇ, ਐਂ ਲੱਤਾਂ ਮਾਰੇ ਕੱਟਾ। ਅਤੇ ਮੈਂ ਡਾਕਟਰ ਸਾਹਿਬ ਨੂੰ ਫੋਨ ਕਰਦਾ, ਮੈਂ ਕਿਹਾ ਡਾਕਟਰ ਸਾਹਿਬ ਆਓ, ਸਾਡਾ ਕੱਟਾ ਬਿਮਾਰ ਹੈ। ਕਹਿੰਦਾ ਆ ਜਾਣਾ ਤੂੰ, ਚੱਲ। ਕਹਿੰਦਾ ਮੈਂ ਆ ਗਿਆ। ਅਤੇ ਭਾਈ ਜਦੋਂ ਆ ਕੇ ਬਹਿ ਗਿਆ ਮੰਜੇ 'ਤੇ, ਮੈਨੂੰ ਕਹਿੰਦਾ ਯਾਰ ਕੱਟਾ ਤਾਂ ਜ਼ਰਾ ਮੁਸ਼ਕਿਲ ਆ ਬਚਣਾ। ਕਹਿੰਦਾ ਕੀ ਕਰਿਆ ਸੀ? ਕਹਿੰਦਾ ਇਲਾਜ ਕੀ ਕਰਿਆ ਤੂੰ? ਮੈਂ ਕਿਹਾ ਜੀ ਮੈਂ ਤੈਨੂੰ ਦੇਸੀ ਦਾਰੂ ਦਾ ਪਊਆ ਜਾਂ ਮੈਂ ਕਿਹਾ ਪਿਆਇਆ ਸੀ। ਉਦੋਂ ਤਾਂ ਮੈਂ ਕਿਹਾ ਰਾਤ ਤਾਂ ਇਹ ਵਧੀਆ ਪਿਆ ਰਿਹਾ। ਮੈਂ ਕਿਹਾ ਤੜਕੇ ਫਿਰ ਲੱਤਾਂ ਜਿਹੀਆਂ ਮਾਰਨ ਲੱਗ ਗਿਆ। ਕਹਿੰਦਾ ਫਿਰ ਐਂ ਕਰ, ਕਹਿੰਦਾ ਉਹ ਰਜਿਸਟਰ ਜਿਹਾ ਕੱਢ ਲਿਆ ਆਪਦਾ। ਰਜਿਸਟਰ ਜਿਹਾ ਕੱਢ ਕੇ ਆਪ ਨੂੰ ਦਵਾਈ ਦਾ ਪਤਾ ਨਾ ਲੱਗੇ, ਮੈਨੂੰ ਕੱਢ ਕੇ ਕਹਿੰਦਾ ਆਪਾਂ ਆਹ ਨਾ ਦੇ ਦਈਏ। ਕਹਿੰਦਾ ਕਿਤੇ ਮੈਨੂੰ ਕਹਿੰਦਾ ਆਪਾਂ ਆਹ ਦਵਾਈ ਨਾ ਦੇ ਦਈਏ। ਮੈਂ ਕਿਹਾ ਯਾਰ ਡਾਕਟਰ ਤੂੰ ਤਾਂ ਮੈਂ ਹੈਗਾ, ਪੁੱਛੀ ਤੂੰ ਮੈਥੋਂ ਜਾਂਦਾ। ਮੈਂ ਕਿਹਾ ਜੇ ਮੈਂ ਆਪ ਡਾਕਟਰ ਹੋਵਾਂ ਫਿਰ ਮੈਂ ਤੈਨੂੰ ਕਿਉਂ ਸਕਦਾ? ਤਾਂ ਉਹ ਕੰਮ ਆਇਆ। ਠੀਕ ਹੈ, ਤਾਂ ਪਰ ਇਹ ਡਾਕਟਰ ਦਾ ਪ੍ਰੋਫੈਸ਼ਨਲ ਤਾਂ ਬਹੁਤ ਤਕੜਾ। ਸਾਡੇ ਪਿੰਡ ਦਾ ਡਾਕਟਰ ਤਾਂ ਮੈਥੋਂ ਹੀ ਪੁੱਛੀ ਜਾਵੇ ਕਿ ਆਹ ਦਵਾਈ ਨਾ ਦੇ ਦਈਏ ਆਪਾਂ। ਠੀਕ ਹੈ, ਇਸ ਤੋਂ ਬਾਅਦ ਇਹ ਗੱਲ ਕਰਦੇ ਕਾਰਡਿਕ ਸਰਜਨ ਦੀ। ਠੀਕ ਹੈ, ਕਾਰਡਿਕ ਸਰਜਨ ਦੀ ਗੱਲ ਕਰ ਰਹੇ ਹਾਂ। ਅਤੇ ਇਹਦਾ ਭਾਈ ਕੀ ਮਤਲਬ ਹੈਗਾ? ਦੇਖੋ ਇਹਨੇ ਹੁਣ ਤੱਕ 16,000 ਆਪਰੇਸ਼ਨ ਕਰਤੇ ਡਾਕਟਰ ਨੇ। ਕਿੰਨੇ ਆਪਰੇਸ਼ਨ ਕਰਤੇ? 16,000 ਆਪਰੇਸ਼ਨ ਕਰਦੇ ਹਾਰਟ ਦੇ। ਠੀਕ ਹੈ, 8 ਮਈ 1953 ਨੂੰ ਇਹ ਡਾਕਟਰ ਦਾ ਜਨਮ ਹੋਇਆ ਹੈਗਾ। ਠੀਕ ਹੈ, ਇਹਦੇ ਰਿਲੇਟਡ ਕੋਈ ਵੀ ਚੀਜ਼ ਨਹੀਂ ਛੱਡਣੀ। ਇਹਨੂੰ ਪਦਮ ਸ਼੍ਰੀ ਵੀ ਮਿਲਿਆ ਹੋਇਆ ਹੈਗਾ ਅਤੇ ਪਦਮ ਭੂਸ਼ਣ ਵੀ ਮਿਲਿਆ ਹੋਇਆ। ਕਈ ਵਾਰੀ ਰਿਲੇਟਡ ਚੀਜ਼ ਚੱਕ ਲੈਂਦੇ ਉਹ ਡਾਕਟਰ ਨਾਲ ਰਿਲੇਟਡ ਹੁੰਦੀ ਹੈ। ਅਤੇ ਉਮਰ ਭਾਈ ਇਹਦੀ ਅੱਜ ਦੇ ਟਾਈਮ ਦੇ ਵਿੱਚ 68 ਸਾਲ ਹੈ ਡਾਕਟਰ ਦੀ। ਠੀਕ ਹੈ, ਬਾਕੀ ਜਿਹੜੇ ਇਹ ਆਪਣੇ 21 ਮੈਡੀਕਲ ਸੈਂਟਰ ਹੈ ਇੰਡੀਆ ਦੇ ਵਿੱਚ, 21 ਮੈਡੀਕਲ ਸੈਂਟਰ, ਉਹਨਾਂ ਦੇ ਇਹ ਚੇਅਰਮੈਨ ਵੀ ਰਹਿ ਚੁੱਕੇ ਹੈ। ਠੀਕ ਹੈ, ਇੰਨੀਆਂ ਗੱਲਾਂ ਦੱਸ ਦਿੱਤੀਆਂ ਇਹਨਾਂ ਬਾਰੇ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ।
ਤਾਂ ਭਾਈ ਅਗਲਾ ਆਪਰੇਸ਼ਨ ਹੈਗਾ ਕਿ ਕਹਿੰਦੇ ਵੂਮੈਨ ਲਿਟਰੇਸੀ ਰੇਟ ਕਿੰਨਾ ਕਿ ਆਪਣੇ ਪੰਜਾਬ ਦੇ ਵਿੱਚ ਔਰਤਾਂ ਕਿੰਨੀਆਂ ਪੜ੍ਹੀਆਂ ਲਿਖੀਆਂ, ਕੀ ਰੇਟ ਹੈ। ਦੇਖੋ ਆਪਣੇ ਪੰਜਾਬ ਦਾ ਜਿਹੜਾ ਲਿਟਰੇਸੀ ਰੇਟ ਹੈਗਾ, ਲਿਟਰੇਸੀ ਮਤਲਬ ਹੁੰਦਾ ਕਿ ਕਿਹੜੀ ਪੜ੍ਹਾਈ ਵੱਧ ਕੀਤੀ ਹੋਈ ਔਰਤਾਂ ਨੇ, ਮਤਲਬ ਕਿੰਨੀਆਂ ਪੜ੍ਹੀਆਂ ਲਿਖੀਆਂ ਔਰਤਾਂ। ਇਹ ਤੁਹਾਨੂੰ ਕੱਲ੍ਹ ਵੀ ਕਰਵਾ ਕੇ ਗਿਆ ਸੀ ਮੈਂ, ਅਤੇ ਅੱਜ ਵੀ ਕਰਵਾਉਣਾ, ਨੋਟ ਕਰ ਲਓ ਚੀਜ਼। 2001 ਅਤੇ 2011 ਦੋਨਾਂ ਦੀ ਦੱਸ ਦਾਂਗਾ। 2001 ਦੇ ਵਿੱਚ ਠੀਕ ਹੈ ਔਰਤਾਂ ਦੀ ਜਿਹੜੀ ਲਿਟਰੇਸੀ ਰੇਟ ਸੀ ਉਹ ਹੈਗਾ ਸੀ 63.36%। 2011 ਦੇ ਵਿੱਚ ਔਰਤਾਂ ਦਾ ਜਿਹੜਾ ਲਿਟਰੇਸੀ ਰੇਟ ਆ ਇਹ ਹੈਗਾ ਆਪਣਾ ਨਹੀਂ 2001 ਦੇ ਵਿੱਚ ਹਾਂ ਇੰਨਾ ਸੀ ਰੇਟ, ਇਹਨਾਂ ਲਿਟਰੇਸੀ ਰੇਟ ਕਿੰਨਾ ਦਾ ਔਰਤਾਂ ਦਾ। ਇਸ ਤੋਂ ਬਾਅਦ 2011 ਦੇ ਵਿੱਚ ਕਿੰਨਾ ਗਾ 70.73%। ਇਹ ਔਰਤਾਂ ਫੀਮੇਲ ਦਾ ਇਹ, ਠੀਕ ਹੈ ਯਾਦ ਰੱਖਣਾ। ਇਸ ਤੋਂ ਬਾਅਦ ਮੇਲ ਦੀ ਗੱਲ ਕਰਦੇ ਹਾਂ। ਮੇਲ ਦਾ ਲਿਟਰੇਸੀ ਰੇਟ 2001 ਦੇ ਵਿੱਚ ਕਿੰਨਾ ਸੀ 75.23, ਠੀਕ ਹੈ। ਅਤੇ ਹੁਣ ਕਿੰਨਾ ਗਾ ਲਿਟਰੇਸੀ ਰੇਟ ਹੈ 2014 ਦੇ ਵਿੱਚ ਕਿੰਨਾ ਸੀ 84, ਕਿਉਂਕਿ ਅਲੱਗ-ਅਲੱਗ ਡਾਟਾ ਜੋ ਚੱਕਦੇ ਮਤਲਬ ਅਲੱਗ-ਅਲੱਗ ਆ ਰਹੀ ਹੈ ਚੀਜ਼, ਠੀਕ ਹੈ। ਤਾਂ ਇਹ ਤੁਸੀਂ ਦੇਖ ਲਿਓ। ਜੇ ਪੁੱਛਣਾ ਟੋਟਲ ਕਿੰਨਾ ਸੀ, ਠੀਕ ਹੈ, ਜੇ ਇਹ ਤਾਂ ਹੈਗਾ ਸੀ 2011 ਦੇ 12 ਦਾ ਹੈ ਨਾ। ਜੇ ਆਪਾਂ ਆਮ ਦੇਖੀਏ ਨੋਰਮਲ ਕਿੰਨਾ ਹੈਗਾ, ਨੋਰਮਲ ਲਾ ਕੇ ਚੱਲ ਗਏ ਤਾਂ ਸਾਂਝਾ ਲਾ ਕੇ ਦੇਖੀਏ ਦੋਨਾਂ ਦਾ, ਤਾਂ ਸਾਂਝਾ ਭਾਈ ਦੋਨਾਂ ਦਾ ਆਊਗਾ 75.84 ਸੀ 2011 ਦੇ ਵਿੱਚ, ਅਤੇ 2001 ਦੇ ਵਿੱਚ ਕਿੰਨਾ ਸੀ 2001 ਦੇ ਵਿੱਚ 69 ਕੁਛ 69.25, ਹਾਂ 69.25 ਸੀ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਇਹ 2011 ਦੇ ਅੰਕੜੇ ਆ ਭਾਈ, 2010 ਦੇ ਵਿੱਚ ਜਿਹੜੇ ਅੰਕੜੇ ਸੀ ਉਹਦੀ ਗੱਲ ਕਰ ਰਿਹਾ ਮੈਂ, ਠੀਕ ਹੈ। ਠੀਕ ਹੈ ਜੀ, ਹੁਣ ਚੱਲਦੇ ਆਪਾਂ ਅਗਲੇ ਵੱਲ। ਅਗਲੇ ਪ੍ਰਸ਼ਨ 'ਚ ਇਹੀ ਪੁੱਛਿਆ ਕਿ ਪੰਚਾਇਤੀ ਰਾਜ ਸਿਸਟਮ ਆ ਭਾਈ ਜਿਹੜਾ, ਉਹਦੇ ਵਿੱਚ SC ਅਤੇ ST ਕਿਹੜੇ ਆਰਟੀਕਲ ਦੇ ਵਿੱਚ ਇਹਨਾਂ ਨੂੰ ਕੋਟਾ ਦਿੱਤਾ ਗਿਆ ਹੈ, ਕਿਹੜੇ ਆਰਟੀਕਲ ਦੇ ਵਿੱਚ ਕਿਹਾ ਗਿਆ ਭਾਈ ਜਿਹੜਾ SC ਅਤੇ ST ਹੈ ਇਹਨਾਂ ਦਾ ਕੋਟਾ ਰਿਜ਼ਰਵ ਹੈਗੀ, ਇਹਨਾਂ ਦੀਆਂ ਇੰਨੀਆਂ ਸੀਟਾਂ ਹੈਗੀਆਂ, ਠੀਕ ਹੈ। ਇਹ ਗੱਲ ਯਾਦ ਰੱਖਣੀ। ਤਾਂ ਇਹ ਕਿਹੜੇ ਆਰਟੀਕਲ ਦੇ ਵਿੱਚ ਕਹੀ ਗਈ ਗੱਲ, ਇਹ ਗੱਲ ਤੁਹਾਨੂੰ ਬਹੁਤ ਵਾਰੀ ਕਰਵਾਤਾ। ਇਹ ਕਹੀ ਗਈ ਹੈ ਆਰਟੀਕਲ 243D ਦੇ ਵਿੱਚ, ਇਹ ਗੱਲ ਯਾਦ ਰੱਖਣੀ ਹੈ। ਆਰਟੀਕਲ 243D ਦੇ ਵਿੱਚ ਇਹ ਗੱਲ ਕਹੀ ਗਈ ਹੈ। ਅਤੇ ਪੰਚਾਇਤੀ ਰਾਜ ਸਿਸਟਮ ਸਭ ਤੋਂ ਪਹਿਲਾਂ ਕਿੱਥੇ ਚਲਾਇਆ ਸੀ, ਤੁਹਾਨੂੰ ਪਤਾ ਹੀ ਹੈ ਰਾਜਸਥਾਨ ਦੇ ਵਿੱਚ ਚੱਲਿਆ ਸੀ ਪੰਚਾਇਤੀ ਰਾਜ ਸਿਸਟਮ ਸਭ ਤੋਂ ਪਹਿਲਾਂ, ਠੀਕ ਹੈ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ 'ਚ ਇਹ ਗੱਲ ਕੀਤੀ ਗਈ ਹੈ ਕਿ ਪੰਜਾਬ ਦਾ ਖੇਡਾਂ ਦਾ ਮੰਤਰੀ ਕੌਣ ਹੈ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਪੰਜਾਬ ਦਾ ਕਿਹੜਾ ਸਪੋਰਟਸ ਮਿਨਿਸਟਰ ਕਿਹਦਾ ਹੈਗਾ, ਜਾਂ ਸਪੋਰਟਸ ਮਿਨਿਸਟਰ ਕੌਣ ਹੈ ਪੰਜਾਬ ਦਾ, ਤਾਂ ਇਹ ਭਾਈ ਆਪਣੇ ਹੈਗੇ ਸੀ ਜਾਂ ਹੈਗੇ ਆ ਰਾਣਾ ਗੁਰਮੀਤ ਸਿੰਘ ਸੋਢੀ, ਠੀਕ ਹੈ ਜੀ, ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਭਾਈ ਆਪਣੇ ਕੋਲ ਆ ਗਿਆ। ਇਹਦੇ ਵਿੱਚ ਪੁੱਛਿਆ ਗਿਆ ਹੈਗਾ ਕਹਿੰਦੇ ਦਾ ICC ਦਾ ਪਲੇਅਰ ਆਫ ਡਿਸੇਡ ਕਿਸ ਨੂੰ ਚੁਣਿਆ ਗਿਆ ਹੈਗਾ, ICC ਦਾ ਪਲੇਅਰ ਆਫ ਡਿਸੇਡ ਕਿਸ ਨੂੰ ਚੁਣਿਆ ਗਿਆ ਹੈਗਾ, ਤਾਂ ਇਹ ਚੁਣਿਆ ਗਿਆ ਭਾਈ ਆਪਣੇ ਵਿਰਾਟ ਕੋਹਲੀ ਨੂੰ। ਇਹ ਗੱਲ ਯਾਦ ਰੱਖਣੀ ਹੈ। ਕਿਹਨੂੰ ਚੁਣਿਆ ਗਿਆ, ਵਿਰਾਟ ਕੋਹਲੀ ਨੂੰ ਚੁਣਿਆ ਗਿਆ ਹੈਗਾ। ਕੌਣ, ICC ਦਾ ਪਲੇਅਰ ਆਫ ਡਿਸੇਡ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ ਵੱਲ। ਇਸ ਤੋਂ ਬਾਅਦ ਚੱਲਦੇ ਜੀ ਅਗਲੇ ਪ੍ਰਸ਼ਨ 'ਤੇ, ਠੀਕ ਹੈ। ਐਂਟੀ ਕੰਪੀਟੀਸ਼ਨ ਲਾ ਇਹ ਕਿਹੜੀ ਕੰਟਰੀ ਨੇ ਪਾਸ ਕੀਤਾ ਗਾ, ਇਹ ਪਾਸ ਕੀਤਾ ਬਈ ਜਰਮਨੀ ਨੇ, ਠੀਕ ਹੈ, ਜਰਮਨੀ ਨੇ ਪਾਸ ਕੀਤਾ। ਇਹ ਗੱਲ ਯਾਦ ਰੱਖਣੀ ਹੈ। ਦੂਸਰੀ ਗੱਲ ਕਈ ਵਾਰੀ ਇਹ ਪੁੱਛ ਲੈਂਦੇ, ਇਹ ਪ੍ਰਸ਼ਨ ਤਾਂ ਇਹ ਪੁੱਛਿਆ ਗਿਆ ਸੀ ਇਹ ਚੀਜ਼ ਲਈ ਕਿਹੜੇ ਅਮੈਂਡਮੈਂਟ ਦੇ ਅਨੁਸਾਰ ਕੀਤਾ ਇਹਨਾਂ ਨੇ ਚੇਂਜ, ਇਹ ਕੀਤਾ ਇਹਨਾਂ ਨੇ ਆਪਦਾ 9ਵਾਂ ਅਮੈਂਡਮੈਂਟ। ਇਹਦੇ ਵਿੱਚ ਇਹਨਾਂ ਨੇ ਕੀ ਚੀਜ਼ਾਂ ਲੈਤੀਆਂ ਐਂਟੀ ਕੰਪੀਟੀਸ਼ਨ ਲਾ ਦੇ ਵਿੱਚ, ਇਹਨਾਂ ਨੇ ਇਹਦੇ ਵਿੱਚ ਮਤਲਬ ਆਪਦੇ ਬਾਜ਼ਾਰ ਦੀਆਂ ਕੀਮਤਾਂ ਨੂੰ ਲੈ ਕੇ, ਮਾਰਕੀਟ ਨੂੰ ਲੈ ਕੇ ਇਹ ਬਿੱਲ ਪਾਸ ਕੀਤਾ ਗਿਆ, ਠੀਕ ਹੈ। ਆਪਣੇ ਵੱਲ ਸਿਰਫ ਇੰਨੀ ਇੰਪੋਰਟੈਂਟ ਹੈ ਕਿਹਨੇ ਲਾਗੂ ਕੀਤਾ ਇਹ। ਇਸ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲੇ, ਕਹਿੰਦੇ ਰੇਪ ਦੀ ਸਜ਼ਾ ਕਿਸ ਆਰਟੀਕਲ ਦੇ ਵਿੱਚ ਮਿਲਦੀ ਹੈ, ਕਿਸ IPC ਦੇ ਅੰਡਰ ਮਿਲਦੀ ਹੈ। ਇਸ ਨੂੰ ਕਰਵਾ ਕੇ ਗਏ ਇੰਡੀਅਨ ਪੈਨਲ ਕੋਡ ਦਾ ਲੈਕਚਰ ਲੱਗਿਆ ਸੀ ਆਪਣਾ 3 ਦਿਨ ਹੋ ਗਏ। ਤਾਂ ਜਿਹੜੇ ਬੱਚੇ ਨੇ ਉਹ ਲੈਕਚਰ ਨਹੀਂ ਲਾਇਆ ਤਾਂ ਭਾਈ ਲਾ ਲਓ, ਠੀਕ ਹੈ। ਬਹੁਤ ਇੰਪੋਰਟੈਂਟ ਲੈਕਚਰ, ਵੈਸੇ ਤਾਂ ਵਿਊ ਬਹੁਤ ਆ ਗਏ, ਮੇਰੇ ਸਮਝਦੇ 15,000 ਪਲੱਸ ਬੱਚਿਆਂ ਨੇ ਦੇਖ ਲਈ ਵੀਡੀਓ, ਅਤੇ ਉਹ ਵੀਡੀਓ ਦੇ ਵਿੱਚ ਆਪਰੇਸ਼ਨ ਬਣਿਆ ਹੋਇਆ, ਠੀਕ ਹੈ ਨਾ। ਧਿਆਨ ਰੱਖਣਾ ਗਾ ਇਹ ਗੱਲਾਂ ਦਾ। ਤੁਹਾਨੂੰ ਦੱਸ ਕੇ ਗਿਆ ਸੀ ਮੈਂ, ਤੁਹਾਨੂੰ 2 ਚੀਜ਼ਾਂ ਕਰਵਾ ਕੇ ਗਿਆ ਸੀ, ਇੱਕ ਤਾਂ ਕਰਾ ਕੇ ਗਿਆ ਸੀ, ਇੱਕ 2 ਬਣਿਆ ਗਾ। ਇਹ ਤਾਂ ਬਣਿਆ ਭਾਈ 1860 ਦੇ ਵਿੱਚ, ਅਤੇ ਇੱਕ ਤੁਹਾਨੂੰ ਇਹ ਦੱਸਿਆ ਕਿ ਰੇਪ ਕਿਹੜੇ ਆਰਟੀਕਲ ਦੇ ਵਿੱਚ ਆਉਂਦੇ ਜੀ ਵੀ ਤੁਹਾਨੂੰ ਕਰਵਾ ਕੇ ਗਿਆ ਸੀ। ਮੈਂ ਤੁਹਾਨੂੰ ਦੱਸ ਕੇ ਗਿਆ ਸੀ 375 ਅਤੇ 376 ਦੇ ਵਿੱਚ ਰੇਪ ਆਉਂਦਾ ਗਾ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। IPC ਫੁੱਲ ਫਾਰਮ ਹੀ ਕਰਵਾ ਕੇ ਇੰਡੀਅਨ ਪੈਨਲ ਕੋਡ ਸਾਰੀਆਂ ਸਥਾਪਨਾਵਾਂ ਕਿਹਨੇ ਲਾਗੂ ਕੀਤਾ, ਕੱਲੀ ਚੀਜ਼ IPCS ਦਾ ਲੈਕਚਰ ਲਾ ਕੇ ਗਿਆ ਹੋਇਆ ਮੈਂ, ਉਹ ਲਾ ਲੈਣ ਬੱਚੇ। ਕੀ 3-4 ਦਿਨ ਹੋ ਗਏ ਮੈਨੂੰ ਪਤਾ ਸੀ, ਮੈਂ ਕਿਹਾ ਚ ਆਪਰੇਸ਼ਨ ਬਣਨ ਦੇ ਚਾਂਸ ਨੇ, ਠੀਕ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ ਜਦੋਂ ਆਪਣੀਆਂ ਓਲੰਪਿਕ ਖੇਡਾਂ ਸ਼ੁਰੂ ਹੋਈਆਂ ਸੀ ਉਹਦੇ ਵਿੱਚ ਫਲੈਗ ਝੰਡਾ ਪਹਿਨ ਕੇ ਸ਼ੁਰੂ ਦੇ ਵਿੱਚ ਕੌਣ ਆਏ ਸੀ, 2 ਜਾਣੇ ਆਏ ਸੀ ਭਾਈ। ਇਹ ਬਹੁਤ ਵਾਰੀ ਕਰਵਾਇਆ ਆਪਰੇਸ਼ਨ ਤੁਹਾਨੂੰ, ਜਿੱਦਾਂ ਓਲੰਪਿਕ ਖੇਡਾਂ ਦੇ ਵਿੱਚ ਪਹਿਲਾਂ ਸ਼ੁਰੂ ਤੋਂ ਕਰਵਾਇਆ, ਬਾਅਦ 'ਚ ਵੀ ਕਰਵਾਇਆ,
ठीक है। बहुत इंपॉर्टेंट ऑपरेशन सी, तुहानूं दस्सी मैं पेपर के आउण दे फुल चांस ने। ठीक है, बहुत पेपर अपने करवाए हुए चो ही जाता, ये थोड़ी गलती होगी भाई जो तुम पेपर को छड्ड के आओगे। ठीक है, इन्ना वधिया तुहानूं कंटेंट प्रोवाइड करवाया होया तो तुहाडा हक बनता चंगी तरह नूं करन दा। ये तुसीं दसना आंसर, मैं नहीं दसना इहदा। हुण इन्ने बजे तुहानूं ऑपरेशन करवाते भाई, ये गल ये जिम्मेदारी तुहाडी हैगी। ठीक है, तो ये तुसीं आपदे आप हल करने की कोशिश करनी है। हुण चलदे आपां अगले प्रश्न ते। ठीक है जी, चलो मैं एक बार दस रहा तुहानूं किहड़े किहड़े सी। दोनों का मम्मे ते पैंदा सी। ठीक है, हुण तां याद आ गया होऊगा, मम्मे ते पैंदा सी। एक तां मैरी कौम ते प्लस मनप्रीत, हाकी वाला मुंडा ये। ठीक है, इन्हां दोनों ने झंडा वो करिया सी। ते हुण मैनूं इह दस दो कि जिहड़ा झंडा एंड ते बंद की समाप्ति की सी, उदों किहने करी सी? उदों बजरंग पूनिया। ठीक है, ये भी तुहानूं करवा के गया। हुण चलदे आपां अगले प्रश्न ते। इस तो बाद अगला प्रश्न अपने कोल आ गया कि जिहड़ा हैंडलूम डे है, ये किस दिन मनाया जाता है? हैंडलूम डे किस दिन मनाया जाता है? हैंडलूम का मतलब तुहानूं पता हैगा? हैंडलूम का मतलब हुंदा कि वो चीज़ां जिहड़ियां आपां आपदे हत्थां नाल अपने देश दे विच तैयार कीतियां होईयां हन। ये तुहानूं याद करवा के गया सी मैं तुहानूं। ये 7 अगस्त नूं मनाया जाता हैगा। 7 अगस्त नूं। एक तुहानूं दसदा कि जो बंगाल की वंड नहीं हुई सी, बंगाल की वंड तुहानूं दस्सिआ बंगाल की वंड वाला लैक्चर लाए हुए है। देखो घूम फिरा के चीज़ कित्थों दी कित्थों पुछ लैंदे, मॉडर्न हिस्टरी दा प्रश्न सी। जो बंगाल की वंड हुई सी तां बंगाल की वंड करन तो बाद लोकां ने जिहड़ा ये कंपनी सी अंग्रेज़ां दियां चीज़ां दा मतलब वरतन तो ना करती सी। भाई असीं अंग्रेज़ां दियां बणीਆਂ होईयां कोई चीज़ां नहीं वरतदे, असीं आपदे देश विच बणीਆਂ होईयां स्वदेसी चीज़ां दी वरतों करांगे। ठीक है, ये गल होई सी कि नहीं हुई सी? तां ਉਹ टाइमां ਦੇ ਵਿੱਚ स्वदेसी चीज़ ਦਾ ही यूज ਕਰਨ ਨੂੰ हैंडलूम डे मनाया ਸੀ ਇਹਨਾਂ ਨੇ। ठीक है, कि ਆਪਾਂ देश ਦੇ ਵਿੱਚ ਚੀਜ਼ਾਂ ਹੀ ਬਣੀਆਂ ਹੋਈਆਂ ਕਰਾਂਗੇ। 1905 ਦੀ ਘਟਨਾ ਹੈਗੀ। ठीक है, उदों बंगाल की वंड हुई सी, जो लौट कर जाते समय हुई सी बंगाल की वंड। ठीक है जी, ये गल याद रखनी है। तो बाकी ਇਹਦਾ थीम देख लो, थीम की सी ਇਹਦਾ? ਕੀ ਵੀ ਪੁੱਛ ਲੈਂਦੇ ਹੈਗੇ, हैंडलूम एंड इंडियन लेगेसी। ठीक है, ਇਹਦਾ ਭਾਈ ਕੀ ਸੀ? थीम सी। ਹੁਣ ਚੱਲਦੇ ਹਾਂ अगले। इस तो बाद अगला प्रश्न आया होया भाई, आह सब तो ज़्यादा जी कॉटन है कि स्टेट के विच हुंदी है? सब तो ज़्यादा जी कॉटन हुंदी है भाई, ये हुंदी है अपने महाराष्ट्र ਦੇ ਵਿੱਚ ਸਭ ਤੋਂ ਜ਼ਿਆਦਾ ਕਾਟਨ ਹੁੰਦੀ ਹੈ। ਇਹ ਗੱਲ ਯਾਦ ਰੱਖਣੀ ਹੈ, ਕਿਉਂਕਿ ਮਹਾਰਾਸ਼ਟਰ ਦੇ 42.54 ਲੱਖ ਹੈਕਟੇਅਰ ਦੇ ਵਿੱਚ ਹੀ ਕਾਟਨ ਹੁੰਦੀ ਹੈ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ। ਠੀਕ ਹੈ, ਪਰ ਅੱਧਿਆਂ ਦੇ ਵਿੱਚ ਠੀਕ ਹੈ, ਪਰ ਜੇ ਆਪਾਂ ਦੇਖੀਏ ਕਾਟਨ ਪ੍ਰੋਡਕਸ਼ਨ ਆਫ ਇੰਡੀਆ ਦੋ ਸਟੇਟਾਂ ਦੇ ਵਿੱਚ ਵੀ ਜ਼ਿਆਦਾ ਇਹ ਮੰਨੀ ਜਾਂਦੀ ਹੈਗੀ। ਠੀਕ ਹੈ, ਇੱਕ ਤਾਂ ਇਹ ਮਹਾਰਾਸ਼ਟਰ, ਜੇ ਮਹਾਰਾਸ਼ਟਰ ਲਿਖਿਆ ਜੀ, ਦੂਸਰਾ ਹੋ ਜਾਂਦਾ ਗੁਜਰਾਤ। ठीक है, दोनों स्टेटा के ही ज़्यादा होंगी है भाई। ठीक है, ये आप देखना कि आप तो कि हिसाब से आप पूछते हैं। ठीक है, क्योंकि गुजरात लीड कर रहा है, तो उवें जिमें गुजरात भी लीड कर रहा है महाराष्ट्र पर, पहले नंबर पर महाराष्ट्र ही आऊगा। ठीक है, इस तो बाद चलते हैं अगले प्रश्न से। आप इस तो बाद अगला प्रश्न अपने को आ गया कि G7 कितने हुई है? G7 का लैक्चर भी मैं ला के गया, इंपॉर्टेंट हैडकुआटर। ठीक है, जो बच्चे लैक्चर नहीं लाए वो ला सकता, ये चीज़ मैं करवा के गया हुआ। तो G7 का की मतलब होंगे 7 देश है। G7 का मतलब ये होंगे कि ये 7 देश है। वो 7 देश किहड़े याद कर लो कि भाई उन्होंने तो प्रश्न आ जाता होंगे। कनेडा, फ्रांस, इटली, जर्मनी, जापान, UK एंड US। कनेडा, जापान, इटली, जर्मनी, ये हो गए 1 2 3 4 5 6, हाँ 7 हो गए। 7 देशों का समूह है, क्योंकि G7 ਤਾਂ करके कहते हैं। प्रश्न ये भी आ जाता कई बार कि इन्होंने इंडिया का G7 का पार्ट है कि नहीं है, तो इंडिया का पार्ट नहीं है। दूसरी गल है कि कितनी सबमिट हुई है G7 की? 47वीं। G7 याद कर लो 47वीं सबमिट हुई है। तो होस्ट किने किया इनू? UK ने। UK आप कहते हैं यूनाइटेड किंगडम में, UK को आप ब्रिटेन भी कह दें, तो इसमें आप इंग्लैंड भी कह दें। ठीक है, 3 नाम है, ये गल याद रखने। ठीक है, ये तो आप DPSP भी लेता हुआ है, UK तो लेता आप DPSP, डायरैक्ट प्रिंसीपल ऑफ स्टेट पॉलिसी 36 तो लैके 52A तक जोड़े होंगे है। हुण आप चलते हैं अगले प्रश्न पर। ठीक है बच्चों, इन्हें आप एक तरह डिस्कस जे करते सारे प्रश्न, तो बाकी आप लगभग तुहानूं सारा करवाया होया। तो कल भाई तुहानूं टैसट लगूगा, मॉक टैसट। सॉरी बच्चों, अज वास्ते माफ़ी चाहना। तो कल पूरी सख्त मेहनत करके तुहानूं मॉक टैसट प्रोवाइड करवाऊंगा किवें ना किवें। ठीक है, जिन्नियां देखो बच्चों, जो कांस्टेबल का पेपर क्लीयर करना, जिन्ना मैं करवाया होया सफिशिएंट है, किसी बुक की लैन की लोड़ नहीं। हाँ, मैथ की बुक जरूर लै सकते हो प्रैक्टिस वास्ते, वो कोई मर्जी ले लो। जे मेरी मनो तो मैं तो वध तो वध प्रेफर करूँगा RS अग्रवाल को। ठीक है, मैं इन्होंने RS अग्रवाल को प्रेफर दिंदा, होर मैं किसी बुक पर यकीन नहीं करता। ठीक है, बाकी बुक्स होर भी बहुत वधिया, मैं ये नहीं कहना कि माड़ियां, पर मैनूं RS अग्रवाल सही लगती है। तो यदा जे किसी बच्चे ने RS अग्रवाल नहीं खरीदना चाहता, तो भाई वो अपना टैलीग्राम के मैं वो PDF सेंड किया होया।
ਉਹਦਾ ਤੇ ਉਹ PDF ਡਾਊਨਲੋਡ ਕਰ ਲਓ। ਅਤੇ ਪ੍ਰੈਕਟਿਸ ਵਾਸਤੇ ਵੀ ਤੁਹਾਨੂੰ ਇੱਕ ਮੈਂ ਰਕੇਸ਼ ਯਾਦਵ ਦੀ ਬੁੱਕ ਸੈਂਡ ਕੀਤੀ ਹੋਈ ਹੈ ਰੀਜ਼ਨਿੰਗ ਦੀ, ਉਹ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਠੀਕ ਹੈ, ਉਹ ਤੋਂ ਪ੍ਰੈਕਟਿਸ ਲਾਓ। ਉਹ ਬੁੱਕ ਬੈਸਟ ਬੁੱਕ ਆ ਉਹ ਸਭ ਤੋਂ। ਠੀਕ ਹੈ, ਰੀਜ਼ਨਿੰਗ ਦੇ ਵਿੱਚ ਰਕੇਸ਼ ਯਾਦਵ ਅਤੇ ਮੈਥ ਦੇ ਵਿੱਚ RS ਅਗਰਵਾਲ। ਇਹ ਬੁੱਕਾਂ ਦੇ PDF ਤੁਹਾਨੂੰ ਦਿੱਤੇ ਹੋਏ ਆ। ਠੀਕ ਹੈ, ਅਤੇ ਲੈਕਚਰ ਧਿਆਨ ਨਾਲ ਲਾਉਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਠੀਕ ਹੈ, ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ ਭਾਈ।